ਉਹਨਾਂ ਦੀਆਂ ਵੀ ਖਬਰਾਂ ਲੱਗਣ ਲੱਗ ਗਈਆਂ ਕਿ ਪੁਲਿਸ ਜ਼ਿਲ੍ਹਾ ਮਾਨਸਾ ਦੇ ਮੁਖੀ ਨੂੰ ਵੀ ਗੈਂਗਸਟਰ ਦੀ ਧਮਕੀ ਟੈਲੀਫੋਨ ਤੇ ਆਈ। SHO ਦੀਆਂ ਵੀ ਖਬਰਾਂ ਲੱਗਣ ਲੱਗ ਗਈਆਂ ਕਿ ਉਹਨਾਂ ਨੂੰ ਵੀ ਧਮਕੀਆਂ ਜਿਹੜੀਆਂ ਉਹ ਮਿਲਣ ਲੱਗ ਗਈਆਂ। ਜਦੋਂ ਜ਼ਿਲ੍ਹਿਆਂ ਦੇ ਮੁਖੀਆਂ ਦੀ ਪੱਧਰ ਤੱਕ ਇਹ ਜਿਹੜਾ ਕੰਮ ਚੱਲ ਪਵੇ ਤਾਂ ਕੁਦਰਤੀ ਗੱਲ ਹੈ ਕਿ ਜਿਹੜਾ ਆਮ ਬੰਦਾ ਸਹਿਮ ਦੇ ਵਿੱਚ ਹੁੰਦਾ ਉਹਦੀ ਚਿੰਤਾ ਅਸੀਂ ਸਮਝ ਸਕਦੇ ਹਾਂ ਕਿ ਉਹਦੀ ਚਿੰਤਾ ਇੰਨੀ ਡੂੰਘੀ ਜਿਹੜੀ ਹੈ ਉਹਦਾ ਕਾਰਨ ਕੀ ਹੈ। ਪਰ ਅਫਸੋਸ ਹੈ ਕਿ ਸਾਡੇ ਮੁੱਖ ਮੰਤਰੀ ਸਾਹਿਬ ਹਾਲੇ ਇੱਕ ਤਾਂ ਆਪਣੀ ਕੁੰਭਕਰਨੀ ਨੀਂਦ ਤੋਂ ਜਾਗੇ ਨਹੀਂ। ਅਹਿਸਾਸ ਉਹਨਾਂ ਨੂੰ ਜ਼ਰੂਰ ਹੋ ਗਿਆ ਹੋਊਗਾ ਕਿਉਂਕਿ ਜਿਹੜੇ ਲੋਕਾਂ ਨੂੰ ਟਿਚਰਾ ਕਰਦੇ ਹੁੰਦੇ ਸੀ ਨਾ ਕਿ ਆ ਜਿਹੜੇ ਸਿਕਿਉਰਟੀਆਂ ਲਈ ਜਾਂਦੇ ਆ, ਜੇ ਲੋਕਾਂ 'ਚ ਨਹੀਂ ਜਾ ਸਕਦੇ ਤੇ ਕੋਈ ਮੁਰਗੀਖਾਨਾ ਖੋਲ੍ਹ ਲੈਣ। ਤੇ ਹੁਣ ਅਫਸੋਸ ਕਰਨ ਜਾਣ ਵਾਸਤੇ ਸਿੱਧੂ ਮੂਸੇਵਾਲਾ ਸਾਹਿਬ ਦੇ ਘਰ ਕਿੰਨੇ ਹਜ਼ਾਰ ਬੰਦਾ ਲਾਈਨਾਂ ਦੇ ਵਿੱਚ ਲਾਉਣਾ ਪਿਆ। ਇਹ ਆਪਣੇ ਆਪ ਦੇ ਵਿੱਚ ਉਹਨਾਂ ਨੂੰ ਆਪਣੀਆਂ ਟਿਚਰਾਂ ਦਾ ਜਵਾਬ ਮਿਲ ਗਿਆ ਕਿ ਪੰਜਾਬ ਨੂੰ ਇਸ ਹਾਲਾਤ ਦੇ ਵਿੱਚ ਪਹੁੰਚਾਉਣ ਵਾਸਤੇ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੋਨੇ ਜ਼ਿੰਮੇਵਾਰ, ਕਿਉਂਕਿ ਸਰਕਾਰ ਇੱਥੋਂ ਨਹੀਂ ਚੱਲ ਰਹੀ, ਸਰਕਾਰ ਦਿੱਲੀੋਂ ਚੱਲ ਰਹੀ ਹੈ। ਔਰ ਦਿੱਲੀ ਵਾਲੀ ਜਿਹੜੀ ਸਰਕਾਰ ਹੈ ਉਹਦੇ ਮਨ ਦੇ ਵਿੱਚੋਂ ਹਾਲੇ ਜਿਹੜੀ ਆਪਣੇ ਸਿਆਸੀ ਵਿਰੋਧੀਆਂ ਦੇ ਪ੍ਰਤੀ ਨਫ਼ਰਤ ਹੈ ਉਹ ਹਾਲੇ ਖਤਮ ਨਹੀਂ ਹੋਈ। ਜਿਹੜੀਆਂ ਮਾਫੀਆਂ ਲਿਖਤੀ ਰੂਪ ਦੇ ਵਿੱਚ ਕੇਜਰੀਵਾਲ ਨੂੰ ਉਸ ਵੇਲੇ ਜਿਹੜੀ ਹੈ ਸਰਦਾਰ ਬਿਕਰਮ ਸਿੰਘ ਮਜੀਠੀਆ ਕੋਲੋਂ ਮੰਗਣੀਆਂ ਪਈਆਂ ਸੀ, ਉਹ ਹਾਲੇ ਵੀ ਉਹਦੀ ਰੜਕ ਜਿਹੜੀ ਆ ਉਹਦੇ ਅੰਦਰੋਂ ਖਤਮ ਨਹੀਂ ਹੋਈ, ਕਿਉਂਕਿ ਉਸ ਵੇਲੇ ਤੇ ਝੂਠੇ ਸਾਬਤ ਹੋਣ ਕਰਕੇ ਇੱਕ ਚਾਰਾ ਨਹੀਂ ਸੀ ਸਜ਼ਾ ਤੋਂ ਬਚਣ ਦਾ ਹੋਰ ਕੋਈ। ਲਿਖਤੀ ਮਾਫੀ ਅਰਵਿੰਦ ਕੇਜਰੀਵਾਲ ਨੇ ਦਿੱਤੀ, ਪਰ ਅੱਜ ਤੱਕ ਜਿਹੜੀ ਹੈ ਉਹ ਵੈਂਡੇਟਾ ਪੋਲਿਟਿਕਸ ਤਹਿਤ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਸਾਜ਼ਿਸ਼ਾਂ ਰਚਨ ਤੋਂ ਜਿਹੜਾ ਨਾ ਉਹ ਬਾਜ ਆਇਆ, ਨਾ ਉਹਦਾ ਸਾਥੀ ਸੰਜੇ ਸਿੰਘ ਜਿਹੜਾ ਹਾਲੇ ਵੀ ਡੈਫੇਮੇਸ਼ਨ ਦੇ ਜਿਹੜਾ ਕੇਸ ਭੁਗਤ ਰਿਹਾ, ਨਾ ਹਾਲੇ ਤੱਕ ਉਹਦੇ ਅੰਦਰੋਂ ਜਿਹੜੀ ਆ ਉਹ ਨਫ਼ਰਤ ਦੀ ਅੱਗ ਤੇ ਜਿਹੜੀ ਵੈਂਡੇਟਾ ਪੋਲਿਟਿਕਸ ਜਿਹੜੀ ਆ ਉਹ ਹਾਲੇ ਖਤਮ ਹੋਈ ਹੈ। ਮੈਨੂੰ ਲੱਗਦਾ ਕਿ ਪਿਛਲੀ ਸਰਕਾਰ ਤੋਂ ਇਹਨਾਂ ਨੇ ਸਬਕ ਕੁਛ ਨਹੀਂ ਸਿੱਖਿਆ। ਉਸ ਸਰਕਾਰ ਦੇ ਵਿੱਚ ਵੀ ਮੁੱਖ ਮੰਤਰੀ ਆਪ ਬਹਿੰਦਾ ਸੀ, ਉਹ ਗ੍ਰਹਿ ਮੰਤਰੀ ਬਹਿੰਦੇ ਸਨ, ਬਾਕੀ ਅਫਸਰ ਬਹਿੰਦੇ ਸੀ ਤੇ ਫਿਰ ਸਾਜ਼ਿਸ਼ ਰਚੀ ਜਾਂਦੀ ਸੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇਸ ਤਰੀਕੇ ਫਰੇਮ ਕਰਨਾ, ਆ ਗਵਾਹ ਹੋਏਗਾ, ਇਸ ਤਰੀਕੇ ਕੰਮ ਚੱਲੇਗਾ। ਕਦੀ ਗਵਰਨਰ ਹਾਊਸ 'ਚ ਮੀਟਿੰਗਾਂ ਹੁੰਦੀਆਂ ਸੀ, ਕਦੀ ਏਅਰਪੋਰਟਾਂ ਤੇ ਮੀਟਿੰਗਾਂ ਹੁੰਦੀਆਂ ਸੀ, ਕਦੀ ਹੋਰ ਥਾਵਾਂ ਤੇ ਹੁੰਦੀਆਂ ਸੀ ਤੇ ਉਹਨਾਂ ਹੀ ਕਦਮਾਂ ਦੇ ਉੱਤੇ ਜਿਹੜੀ ਆ ਇਹ ਵੀ ਸਰਕਾਰ ਉਸੇ ਤਰੀਕੇ ਚੱਲਦੀ ਪਈ। ਅਸੀਂ ਹੈਰਾਨ ਹੋ ਜਾਂਦੇ ਆ ਕਿ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਤੇ ਝੂਠਾ ਕੇਸ ਬਣਾ ਕੇ ਜੇਲ੍ਹ ਦੇ ਵਿੱਚ ਤੁਸੀਂ ਭੇਜ ਦਿੱਤਾ। ਹੁਣ ਤਿੰਨ ਤਾਂ ਉੱਥੇ ਜੇਲ੍ਹ ਸੁਪਰਡੈਂਟ ਚੇਂਜ ਹੋ ਗਏ। ਪਹਿਲਾਂ ਜਿਹੜੇ ਉੱਥੇ ਸੀਗੇ ਨੰਦਗੜ੍ਹ ਸਾਹਿਬ ਸੀਗੇ, ਉਸ ਤੋਂ ਬਾਅਦ ਜਿਹੜੇ ਆ ਸਰਦਾਰ ਸੁੱਚਾ ਸਿੰਘ ਲੱਗੇ, ਔਰ ਉਸ ਤੋਂ ਬਾਅਦ ਤੀਸਰੇ ਹੁਣ ਸਰਦਾਰ ਮਨਦੀਪ ਸਿੰਘ ਟਵਾਣਾ ਸਾਹਿਬ। ਚਲੋ ਅਫਸਰਾਂ ਨੇ ਤਾਂ ਹੁਕਮ ਮੰਨਣਾ ਹੁੰਦਾ, ਮਹਿਕਮੇ ਦਾ ਹੁਕਮ ਆ ਗਿਆ, ਅਫਸਰ ਚਾਰ ਛੱਡ ਕੇ ਚਲਾ ਜਾਂਦਾ, ਪਰ 3 ਮਹੀਨਿਆਂ ਦੇ ਵਿੱਚ 3 ਜਿਹੜੇ ਆ ਉਹ ਜੇਲ੍ਹ ਸੁਪਰਡੈਂਟ ਬਦਲ ਗਏ। ਔਰ ਕਹਿੰਦੇ ਜੇਲ੍ਹ ਸੁਪਰਡੈਂਟ ਨਹੀਂ ਬਦਲ ਗਏ, ADGP ਵੀ ਜਿਹੜੇ ਜੇਲ੍ਹਾਂ ਦੇ ਉਹ 3 ਬਦਲ ਗਏ। ਪਹਿਲਾਂ ਪ੍ਰਵੀਨ ਸਿਨਹਾ ਜੀ ਸੀਗੇ, ਉਹਨਾਂ ਤੋਂ ਬਾਅਦ ਥੋੜੇ ਦਿਨ ਵਾਸਤੇ ਜਿਹੜੇ ਮਿਸਟਰ ਵਰਿੰਦਰ ਕੁਮਾਰ ADGP ਉਹ ਲੱਗੇ, ਉਹਨਾਂ ਤੋਂ ਬਾਅਦ ਹੁਣ ਸਰਦਾਰ ਹਰਪ੍ਰੀਤ ਸਿੰਘ ਸਿੱਧੂ ਸਾਹਿਬ, ਜਿਨ੍ਹਾਂ ਦੀ ਜਿਹੜੀ ਹੈ ਮਜੀਠੀਆ ਸਾਹਿਬ ਨੇ ਤੁਹਾਡੇ ਨਾਲ ਹੀ ਬੜੀਆਂ ਡਿਟੇਲਡ ਪ੍ਰੈਸ ਕਾਨਫਰੰਸਾਂ ਜਦੋਂ ਉਹਨਾਂ ਦੇ ਉੱਤੇ ਰਿਪੋਰਟ ਦਿੱਤੀ ਸੀ ਸਰਦਾਰ ਹਰਪ੍ਰੀਤ ਸਿੰਘ ਸਿੱਧੂ ਨੇ, ਤੇ ਉਹਨਾਂ ਦਾ ਜੋ ਪਰਿਵਾਰਕ ਰਿਸ਼ਤੇ ਆ ਤੇ ਰਿਸ਼ਤਿਆਂ ਦੇ ਵਿੱਚ ਜੋ ਖਟਾਸ ਹੈ ਜਿਹੜੀ ਅੱਜ ਤੱਕ ਜਾਰੀ ਹੈ, ਉਹਦਾ ਆਪ ਵੇਰਵਾ ਜਿਹੜਾ ਇੱਥੇ ਬੈਠ ਕੇ ਹੀ ਸਰਦਾਰ ਜਿਹੜਾ ਬਿਕਰਮ ਸਿੰਘ ਮਜੀਠੀਆ ਨੇ ਆਪ ਦਿੱਤਾ ਸੀ। ਪਰ ਅੱਗੇ ਉਹ ਡਰੱਗਸ ਵਾਲੇ ਪਾਸੇ ਸੀ ਤੇ ਹੁਣ ਮੇਰਾ ਖਿਆਲ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਲੱਗਿਆ ਵੀ ਇਸ ਤੋਂ ਬੈਟਰ ਨਹੀਂ ਹੋ ਸਕਦਾ, ਹੁਣ ਚਲੋ ਜੇਲ੍ਹ ਦਾ ਚਾਰਜ ਦੇ ਦਿੱਤਾ। ਪਰ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਸਰਕਾਰ ਨੂੰ
ਕਿ ਕਿੰਨੇ ਕੁ ਤੁਸੀਂ ਪੰਜਾਬ ਦਾ ਨੁਕਸਾਨ ਹੋਰ ਕਰਾਉਣਾ, ਕਿੰਨਾ ਕੁ ਤੁਸੀਂ ਪੰਜਾਬ ਦੇ ਨੌਜਵਾਨਾਂ ਦਾ ਨੁਕਸਾਨ ਹੋਰ ਕਰਾਉਣਾ, ਕਿੰਨਾ ਕੁ ਸਟੇਟ ਦਾ ਅਕਸ ਜਿਹੜਾ ਉਹ ਤੁਸੀਂ ਦੇਸ਼ ਦੇ ਵਿੱਚ ਤੇ ਦੁਨੀਆ ਦੇ ਵਿੱਚ ਹੋਰ ਬਦਨਾਮ ਕਰਨਾ। ਸੁਰੱਖਿਆ ਦੇ ਮਾਮਲੇ ਨੇ ਸਾਰੀ ਦੁਨੀਆ ਨੂੰ ਦੱਸ ਦਿੱਤਾ ਕਿ ਜੇ ਤੁਸੀਂ ਘਟੀਆ ਰਾਜਨੀਤੀ ਨਾ ਕੀਤੀ ਹੁੰਦੀ ਤੇ ਜਿਹੜਾ ਸਿੱਧੂ ਮੂਸੇਵਾਲੇ ਦਾ ਮਰਡਰ ਹੈ, ਇੱਕ ਸਟਾਰ ਪਰਸਨੈਲਿਟੀ ਜਿਹੜੀ ਨੌਜਵਾਨ ਜਿਹਨੇ ਦੁਨੀਆ ਭਰ ਦੇ ਵਿੱਚ ਪੰਜਾਬ ਦਾ ਨਾਮ ਰੋਸ਼ਨ ਕੀਤਾ, ਜੇ ਤੁਸੀਂ ਇਹ ਬਲੰਡਰ ਐਡਾ ਵੱਡਾ ਨਾ ਕਰਦੇ ਤੇ ਅੱਜ ਉਹਨੂੰ ਜਿਹੜਾ ਕੱਲ ਉਹਦਾ ਭੋਗ ਪੈਣਾ ਸੀ, ਇਹ ਦਿਨ ਨਾ ਮਾਪਿਆਂ ਨੂੰ ਦੇਖਣਾ ਪੈਣਾ ਸੀ, ਨਾ ਉਹਦੇ ਚਾਹਣ ਵਾਲੇ ਕਰੋੜਾਂ ਲੋਕਾਂ ਨੂੰ ਦੇਖਣਾ ਪੈਣਾ। ਔਰ ਇੱਕ ਥਾਂ ਤੇ ਨਹੀਂ ਹੋਇਆ, ਦਿੱਲੀ ਦੇ ਵਿੱਚ ਵੀ ਜਿਹੜਾ ਹੈਗਾ ਪੰਜਾਬ ਦੇ ਪੁਲਿਸ ਦੇ ਖਿਲਾਫ ਜਿਹੜਾ ਨਿਯਮਾਂ ਤੋਂ ਬਾਹਰ ਜਾ ਕੇ ਕੰਮ ਕਰਨ ਦੇ ਵਾਸਤੇ ਉੱਥੇ ਵੀ ਕੇਸ ਦਰਜ ਹੋਇਆ, ਉੱਥੇ ਵੀ ਤੁਸੀਂ ਪੁਲਿਸ ਦੀ ਬਦਨਾਮੀ ਕਰਾਈ। ਕਾਰਨ ਕੀ ਸੀ ਕਿ ਕੇਜਰੀਵਾਲ ਦਾ ਨਿੱਜੀ ਵਿਰੋਧੀ ਉੱਥੇ ਵੀ ਸੀ, ਇੱਕ ਉਹਦਾ ਟਵੀਟ ਨਾ ਬਰਦਾਸ਼ਤ ਕਰ ਸਕਣ ਕਰਕੇ ਉੱਥੇ ਜਿਹੜਾ ਤੁਸੀਂ ਬੰਦਾ ਚੁੱਕਣ ਦੀ ਕੋਸ਼ਿਸ਼ ਕੀਤੀ ਨਜਾਇਜ਼ ਤਰੀਕੇ ਨਾਲ, ਤੇ ਤੁਹਾਨੂੰ ਦਿੱਲੀ ਹਾਈ ਕੋਰਟ ਦੀਆਂ ਫਟਕਾਰਾਂ ਵੀ ਝੱਲਣੀਆਂ ਪਈਆਂ, ਉੱਥੇ ਵੀ ਕੇਸ ਦਰਜ ਹੋਇਆ। ਰਾਜਸਥਾਨ ਦੇ ਵਿੱਚ ਵੀ ਪੰਜਾਬ ਪੁਲਿਸ ਦੇ ਖਿਲਾਫ ਜਿਹੜਾ ਉੱਥੇ ਵੀ ਜਾ ਕੇ ਜਿਹੜਾ ਕੇਸ ਹੈ ਉਹ ਦਰਜ ਹੋਇਆ। ਇਸ ਕਰਕੇ ਹਾਲਾਤ ਜਿਹੜੇ ਲਾ ਐਂਡ ਆਰਡਰ ਦੇ ਆ ਉਹ ਤਾਂ ਇੰਨੇ ਮਾਰੇ ਹੋ ਚੁੱਕੇ ਆ ਕਿ ਲੋਕੀ ਭੱਜਣ ਨੂੰ ਤਿਆਰ ਹੈ ਸੂਬਾ ਛੱਡ ਕੇ। ਪਰ ਤੁਸੀਂ ਹਾਲੇ ਵੀ ਜਿਹੜੇ ਆਪਣੇ ਸਿਆਸੀ ਵਿਰੋਧੀਆਂ ਦੇ ਖਿਲਾਫ ਇਹ ਜਿਹੜੀਆਂ ਸਾਜ਼ਿਸ਼ਾਂ ਰਚ ਰਹੇ ਹੋ, ਉਹ ਅਸੀਂ ਮਹੇਸ਼ਿੰਦਰ ਸਿੰਘ ਗਰੇਵਾਲ ਸਾਹਿਬ ਵਿਸਤਾਰ ਦੇ ਵਿੱਚ ਸਟੈਪ ਬਾਈ ਸਟੈਪ ਤੁਹਾਨੂੰ ਉਹਦਾ ਜ਼ਿਕਰ ਕਰਨਗੇ। ਪਰ ਮੈਂ ਕੇਜਰੀਵਾਲ ਨੂੰ ਕਹਿਣਾ ਚਾਹੁੰਦਾ ਕਿ ਕੁਝ ਤਰਸ ਕਰੋ ਪੰਜਾਬ। ਜੇ ਉਹਨਾਂ ਨੇ ਤੁਹਾਡੇ ਝੂਠ ਦੇ ਉੱਤੇ ਇਤਬਾਰ ਕਰ ਹੀ ਲਿਆ ਤੇ ਇਸ ਹੱਦ ਤੱਕ ਪੰਜਾਬ ਨੂੰ ਜਿਹੜਾ ਤੁਸੀਂ ਬਰਬਾਦੀ ਵਾਲੇ ਪਾਸੇ ਲੈ ਕੇ ਜਾ ਰਹੇ ਹੋ, ਤੁਸੀਂ ਜਿਹੜਾ ਦੇਣਾ ਸੀ ਕੁਝ ਉਹ ਤਾਂ ਦਿੱਤਾ ਨਹੀਂ, ਉਹ ਤਾਂ ਤਰੀਕਾ ਪਾਤੀਆਂ। ਚਾਹੇ ਮੁਫਤ ਬਿਜਲੀ ਦੀ ਗੱਲ ਸੀ, ਚਾਹੇ 1000 ਰੁਪਏ ਦੀ ਗੱਲ ਸੀ, ਖੋਹਣ ਵਾਲਾ ਕੰਮ ਤੁਸੀਂ ਚੱਲਿਆ। ਕਿਸੇ ਦੀ ਜ਼ਮੀਨ ਖੋਹੀ, ਕਿਸੇ ਕੋਲੇ ਕੋਈ ਘਰ ਸੀ ਉਹ ਖੋਲਿਆ, ਕਿਸੇ ਦੀ ਗੱਡੀ ਖੋਲੀ, ਕਿਸੇ ਦੀ ਸਿਕਿਉਰਿਟੀ ਖੋਲੀ ਤੇ ਕਤਲ ਕਰਵਾਤੇ। ਪਰ ਜਿਹੜਾ ਤੁਹਾਡੇ ਵਾਲਾ ਕਰਨ ਵਾਲਾ ਕੰਮ ਸੀ, ਇਹ 24 ਘੰਟੇ ਜਿਹੜੇ ਅਟੈਂਸ਼ਨ ਡਿਵਰਟ ਕਰਨ ਵਾਲੇ ਕੰਮ ਆ, ਇਹਦੇ ਨਾਲ ਸੂਬਾ ਅੱਗੇ ਨਹੀਂ ਵੱਧ ਸਕਦਾ। ਇਹ ਤੁਸੀਂ ਪਹਿਲਾਂ ਵੀ ਬਹੁਤ ਵੱਡਾ ਨੁਕਸਾਨ ਸੂਬੇ ਦਾ ਕੀਤਾ ਤੇ ਹੁਣ ਜਿਹੜੀਆਂ ਅਗਲੀਆਂ ਸਾਜ਼ਿਸ਼ਾਂ ਰਚ ਰਹੇ ਹੋ, ਇਹ ਫੇਰ ਉਸੇ ਲਾਈਨ ਦੇ ਵਿੱਚ ਪੰਜਾਬ ਨੂੰ ਤੁਸੀਂ ਗਲਤ ਪਾਸੇ ਧੱਕਣ ਦੀ ਕੋਸ਼ਿਸ਼ ਕਰ ਰਹੇ ਹੋ। ਇਹਨਾਂ ਗੱਲਾਂ ਤੋਂ ਤੁਹਾਨੂੰ ਬਾਜ਼ ਆਉਣਾ ਚਾਹੀਦਾ। ਗਰੇਵਾਲ ਸਾਹਿਬ ਵਿਸਤਾਰ ਦੇ ਵਿੱਚ ਜਿਹੜਾ ਇਸ਼ੂ ਨਾਲ ਜਿਹੜਾ ਤੁਹਾਨੂੰ ਬਰੀਫ ਕਰਨਗੇ, ਉਸ ਤੋਂ ਬਾਅਦ ਜਿਹੜਾ ਕੋਈ ਤੁਹਾਡਾ ਕੁਐਸਚਨ ਹੋਇਆ ਉਹ ਲਾਓ। ਦੇਖੋ, ਜੋ ਡਾਕਟਰ ਚੀਮਾ ਨੇ ਗੱਲ ਕਹੀ, ਮੈਨੂੰ ਅੱਗੇ ਤੋਰਦਿਆਂ ਹੋਇਆ ਇੱਕ ਪ੍ਰਿੰਸੀਪਲ ਇਹ ਹੈ ਕਿ ਜਸਟਿਸ ਇਜ਼ ਨਾਟ ਓਨਲੀ ਟੂ ਬੀ ਡਨ ਬਟ ਇਟ ਸ਼ੁੱਡ ਬੀ ਫੈਲਟ ਦੈਟ ਇਟ ਇਜ਼ ਬੀਇੰਗ ਡਨ। ਇਕੱਲਾ ਇਨਸਾਫ ਹੋਣਾ ਨਹੀਂ ਚਾਹੀਦਾ, ਪਰ ਲੋਕਾਂ ਨੂੰ ਮਹਿਸੂਸ ਹੋਣਾ ਚਾਹੀਦਾ ਕਿ ਇਨਸਾਫ ਹੋ ਰਿਹਾ ਹੈ। ਇੱਥੇ ਵੈਂਡੇਟਾ ਹੋ ਰਿਹਾ ਹੈ। ਵੈਂਡੇਟਾ ਵੀ ਕਿਉਂ ਹੋ ਰਿਹਾ ਹੈ, ਉਹਦੀ ਹਿਸਟਰੀ 'ਚ ਵੀ ਮੈਂ ਤੁਹਾਡੇ 1.5 ਮਿੰਟ ਲਊਂਗਾ ਕਿ ਮਜੀਠੀਆ ਸਾਹਿਬ ਤੇ ਜਿਹੜਾ ਕੇਸ ਰਜਿਸਟਰ ਹੋਇਆ, ਕਿਸੇ ਆਮ ਸਧਾਰਨ ਬੰਦੇ ਵੱਲੋਂ ਐਲੀਗੇਸ਼ਨ ਨਹੀਂ ਗਿਆ। ਇੱਕ ਮੁਲਜ਼ਮ, 3 ਬੰਦਿਆਂ ਨੇ, ਮੁਲਜ਼ਮ ਭੋਲਾ, ਜਗਦੀਸ਼, ਜਗਜੀਤ ਚਾਲ ਤੇ ਮਨਿੰਦਰ ਬਿੱਟੂ ਐਲੀਗੇਸ਼ਨ ਲਾਉਂਦੇ ਆ, ਜਿਹਨੂੰ ਇਹ ਬੇਸਿਸ ਬਣਾ ਕੇ ਆਪਣਾ FIR ਰਜਿਸਟਰ ਕਰਦੇ ਆ। ਪਹਿਲੀ ਗੱਲ। ਫਿਰ FIR ਰਜਿਸਟਰ ਹੋ ਗਿਆ, 2 ਵਾਰੀ ਕਸਟੋਡੀਅਲ ਇਨਵੈਸਟੀਗੇਸ਼ਨ ਹੋਈ, ਜਦੋਂ ਜਾ ਕੇ ਬੇਲ ਤੋਂ ਬਾਅਦ ਪੇਸ਼ ਹੋਏ। ਸਭ ਕੁਝ ਹੋਣ ਤੋਂ ਬਾਅਦ ਕੋਈ ਐਵੀਡੈਂਸ, ਸਾਡੀ ਜੋ ਇਨਫੋਰਮੇਸ਼ਨ ਹੈ, ਇਹਨਾਂ ਨੂੰ ਨਹੀਂ ਮਿਲਿਆ। ਹੁਣ ਹਾਈਪ ਕਰਤੀ ਕੇਸ ਇੰਨੀ ਕਿ ਵਿਕਰਮ ਸਿੰਘ ਮਜੀਠੀਆ ਡਰੱਗ ਕੇਸ, ਵਿਕਰਮ ਸਿੰਘ ਮਜੀਠੀਆ ਡਰੱਗ ਕੇਸ, ਤੇ ਡਰੱਗ ਕੇਸ ਬਣਦਾ ਕੁਝ ਨਹੀਂ ਪਿਆ। ਡਰੱਗ ਕੇਸ 'ਚ ਵੜਨ ਲਈ ਐਵੀਡੈਂਸ ਕੋਈ ਨਹੀਂ ਆਇਆ। ਤੇ ਹੁਣ ਇਹਨਾਂ ਨੇ, ਦੇਖੋ, ਮੈਂ ਇਸ ਗੱਲ ਦੇ ਨਾਲ ਸਾਡਾ ਕੋਈ ਤਕਰਾਰ ਨਹੀਂ ਕਿ ਗੌਰਮੈਂਟ ਬਦਲੀਆਂ ਕਰਦੀ ਹੈ, ਕਰ ਸਕਦੀ ਹੈ, ਕਰਦੀਆਂ ਰਹਿੰਦੀਆਂ ਨੇ, ਪਰ ਉਸ ਬਦਲੀ, ਜਿਹੜੀ ਬਦਲੀ ਮਗਰ ਇੰਟੈਂਸ਼ਨ ਸਿਰਫ ਐਡਮਿਨਿਸਟ੍ਰੇਸ਼ਨ ਹੋਵੇ, ਉਹ ਵਾਜਬ ਕਹੀ ਜਾ ਸਕਦੀ ਹੈ। ਜਿਹੜੀ ਬਦਲੀ ਕਿਸੇ ਚੀਜ਼ ਨੂੰ ਯੂਜ਼ ਕਰਕੇ ਪਾਵਰ ਦਾ ਮਿਸਯੂਜ਼ ਕਰਨਾ, ਉਹ ਬਦਲੀ ਨੂੰ ਬਦਲੀ ਨਹੀਂ ਕਿਹਾ ਜਾ ਸਕਦਾ। ਜਿਵੇਂ ਡਾਕਟਰ ਸਾਹਿਬ ਨੇ ਦੱਸਤਾ, 3 ADGP ਜਸਟੀਫਿਕੇਸ਼ਨ ਦੇਣੀ ਪਊ ਕਿ ਕੀ ਲੋੜ ਪਈ 3 ADGP ਪ੍ਰਿਜ਼ਨ ਦੇ ਬਦਲੇ ਗਏ।
3 ਜੇਲ੍ਹ ਸੁਪਰਡੈਂਟ ਬਦਲੇ ਗਏ, ਕੀ ਜਸਟੀਫਿਕੇਸ਼ਨ ਹੈ ਕਿ ਦੇਣੀ ਪਈ। ਹੁਣ ਇਸ਼ੂ ਇੱਥੇ ਆ ਗਈ ਕਿ ਗੌਰਮੈਂਟ ਇਸ ਵੇਲੇ ਕਟਹਿਰੇ 'ਚ ਖੜ ਗਈ। ਖੜਾ ਕਰਨਾ ਸੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ, ਕੱਢ ਗਈ ਗੌਰਮੈਂਟ ਆਪ। ਐਵੀਡੈਂਸ ਕੀ ਆ ਉਹਨਾਂ ਕੋਲ? ਬਿਕਰਮ ਸਿੰਘ ਨੂੰ ਹਟਾਉਣ ਲਈ ਕੋਈ ਨਹੀਂ। ਹੁਣ ਇੱਕੋ ਹੀ ਰਾਹ ਰਹਿ ਗਿਆ ਸੀ ਕਿ ਜਿੰਨੇ ਡਰੱਗਸ ਦੇ ਮੁਲਜ਼ਮ ਸਜ਼ਾ ਭੁਗਤ ਰਹੇ ਜੇਲ੍ਹਾਂ 'ਚ, ਉਹਨਾਂ 'ਚੋਂ ਕੋਈ ਨਾ ਕੋਈ ਐਵੀਡੈਂਸ ਤਿਆਰ ਕੀਤਾ ਜਾਵੇ ਜਿਹੜਾ ਸ਼ਾਇਦ ਬਿਕਰਮ ਸਿੰਘ ਮਜੀਠੀਆ ਨੂੰ ਘੇਰ ਸਕੇ। ਉਹ ਜੇਲ੍ਹਾਂ 'ਚ ਵੜਨ ਲਈ ਕੌਣ ਚਾਹੀਦਾ ਸੀ? ਜਾਂ ਤਾਂ 22 ਸੁਪਰਡੈਂਟ ਜੇਲ੍ਹ ਚਾਹੀਦੇ ਸੀ ਇਹੋ ਜਿਹੇ ਵਫਾਦਾਰ, ਜਿਹੜੇ ਹਰ ਜੇਲ੍ਹ 'ਚ ਤਹਿਕੀਕਾਤ ਕਰਕੇ ਕਿ ਜੀ ਕੋਈ ਬਿਕਰਮ ਦੇ ਉਲਟ ਗਵਾਹੀ ਦੇਣ ਨੂੰ ਤਿਆਰ ਆ, ਨਹੀਂ ਤਿਆਰ ਆ। ਉਹ ਬੜੀ ਲੰਬੀ ਐਕਸਰਸਾਈਜ਼ ਸੀ। ਸੌਖਾ ਕੰਮ ਸੀ ਕਿ ADGP ਪ੍ਰਿਜ਼ਨ ਨੂੰ ਯੂਜ਼ ਕੀਤਾ ਜਾਵੇ। ਨਹੀਂ ਹੋਇਆ, ਇੱਕ ਨਹੀਂ ਯੂਜ਼ ਹੋਇਆ, 2 ਨਹੀਂ ਹੋਏ, ਫਿਰ ਤੀਜਾ ਲਾਉਣਾ ਪਿਆ। ਤੀਜੇ ਨੂੰ ਐਡੀਸ਼ਨਲ ਚਾਰਜ ਦੇਤਾ ਨਾਲ STF ਦੇ। ਹੁਣ ਹੂ ਇਜ਼ ਦੀ ਥਰਡ ADGP ਪ੍ਰਿਜ਼ਨਸ, ਹੂ ਇਜ਼ ਅ ਪਰਸਨਲ ਐਨਿਮਿਸਟੀ ਵਿਦ ਬਿਕਰਮ ਸਿੰਘ ਮਜੀਠੀਆ, ਜਿਹੜੀ ਉਹਨਾਂ ਨੇ ਆਪਣੀ ਪਹਿਲੀ ਰਿਪੋਰਟ ਸਬਮਿਟ ਕਰਨ ਤੱਕ ਡਿਸਕਲੋਜ਼ ਨਹੀਂ ਸੀ ਕੀਤੀ, ਜਿਹੜੀ 2018 ਦੀ ਰਿਪੋਰਟ ਹੈ। ਉਸ ਤੋਂ ਬਾਅਦ ਜਦ ਉਹ ਪਬਲਿਕ ਡੋਮੇਨ 'ਚ ਮਜੀਠੀਆ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਆਈ, ਬੇਸਿਕ ਕਨਸੈਪਟ ਆਫ ਲਾਅ ਹੈ, ਜਿੱਥੇ ਕਲੈਸ਼ ਆਫ ਇੰਟਰਸਟ ਹੋਵੇ, ਕਨਫਲਿਕਟ ਆਫ ਇੰਟਰਸਟ ਹੋਵੇ, ਉੱਥੇ ਨਾ ਜੱਜ ਕੇਸ ਸੁਣ ਸਕਦਾ, ਨਾ ਉੱਥੇ ਤਫਤੀਸ਼ ਕਰਨ ਵਾਲਾ ਤਫਤੀਸ਼ ਕਰ ਸਕਦਾ। ਪਰ ਇੱਥੇ ਹੋਇਆ ਕਿ ਉਸੇ ਬੰਦੇ ਨੂੰ ਹੀ ਜਿੱਥੇ ਕਨਫਲਿਕਟ ਆਫ ਇੰਟਰਸਟ ਹੈ ADGP ਪ੍ਰਿਜ਼ਨ ਲਾਇਆ ਗਿਆ। ਕਿਉਂ ਲਾਇਆ ਗਿਆ? ਇੱਕ ਤਾਂ ਕਿ ਜੇਲ੍ਹਾਂ 'ਚ ਜਿੰਨੇ ਮੁਲਜ਼ਮ ਇੰਪ੍ਰਿਜ਼ਨਮੈਂਟ ਭੁਗਤ ਰਹੇ ਨੇ ਜਾਂ ਟਰਾਇਲ ਭੁਗਤ ਰਹੇ ਨੇ, ਉਹਨਾਂ 'ਚੋਂ ਡਰੱਗਸ ਵਾਲੇ ਬਹੁਤ ਵੱਡੀ ਗਿਣਤੀ 'ਚ ਅੰਦਰ ਹੈ। ਉਹਨਾਂ ਨੂੰ ਡਰਾਇਆ ਵੀ ਜਾ ਸਕਦਾ ਹੈ, ਉਹਨਾਂ ਨੂੰ ਲਾਲਚ ਵੀ ਦਿੱਤਾ ਜਾ ਸਕਦਾ ਹੈ ਕਿਸੇ ਨਾ ਕਿਸੇ ਤਰ੍ਹਾਂ। ਜਿਵੇਂ ਇਹਨਾਂ ਨੇ ਬੋਨੀ ਅਮਰਪਾਲ ਤੋਂ ਐਫੀਡੇਵਿਟ ਦਵਾਤਾ, ਉਹ ਵੀ ਅੰਬੈਰਸਮੈਂਟ ਹੋ ਗਈ, ਕਿਉਂਕਿ ਬੋਨੀ ਨੇ ਕਹਿਤਾ ਮੈਂ ਤਾਂ ਪਹਿਲੀ ਸਿੱਟ ਦੇ ਸਾਹਮਣੇ ਜਨਵਰੀ 'ਚ ਪੇਸ਼ ਹੋ ਕੇ ਆਇਆ, ਪਰ ਉਹ ਸਿੱਟ ਨੇ ਉਹਦਾ ਮੈਂ ਰੈਫਰ ਵੀ ਨਹੀਂ ਕੀਤਾ ਕਿਤੇ। ਇਹਦਾ ਮਤਲਬ ਇਹੀ ਹੋਇਆ ਨਾ ਕਿ ਸਿੱਟ ਡਿਡਨਟ ਟੇਕ ਇਟ ਐਜ਼ ਵਰਥ ਰਿਕਾਰਡਿੰਗ ਇਟ, ਉਹ ਰੀਕੋਇਲ ਕਰ ਗਿਆ। ਹੁਣ ਉਸ ਤਰ੍ਹਾਂ ਦੇ ਐਵੀਡੈਂਸ ਭਾਲਣ ਲਈ ਇਹ ਟਰਾਂਸਫਰ ਕੀਤੀ ਗਈ ਹੈ, ਜਿਹਨੂੰ ਅਸੀਂ ਇਸ ਕਰਕੇ ਨਹੀਂ ਆਬਜੈਕਟ ਕਰਦੇ ਕਿ ਟਰਾਂਸਫਰ ਕਿਉਂ ਕੀਤੀ। ਅਸੀਂ ਕਹਿੰਦੇ ਹਾਂ ਇੰਟਰਸਟ ਕਨਫਲਿਕਟ ਹੈ, ਪਰਸਨਲ ਐਨਿਮਿਸਟੀ ਹੈ, ਤੇ ਉਹੀ ਬੰਦਾ STF ਨੂੰ ਹੈਡ ਕਰ ਰਿਹਾ, ਉਹੀ ਜੇਲ੍ਹ 'ਚ ਬੈਠੇ ਜਿੱਥੇ ਬਿਕਰਮ ਸਿੰਘ ਮਜੀਠੀਆ ਹੈਗੇ ਆ, ਉਹਨਾਂ ਨੂੰ ਕੇਸ ਫੈਬਰੀਕੇਟ ਕਰਕੇ ਹੋਰ ਕੇਸ ਪਾਉਣ ਨੂੰ ਫਿਰਦੇ। ਦਿਸ ਇਜ਼ ਆਵਰ ਆਬਜੈਕਸ਼ਨ ਕਿ ਵੈਂਡੇਟਾ ਪੋਲਿਟਿਕਸ ਨਹੀਂ ਚੱਲਣੀ ਚਾਹੀਦੀ, ਅਕਾਲੀ ਦਲ ਨਹੀਂ ਚੱਲਣ ਦੇਊਗਾ। ਹੁਣ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਸੋਰਸਿਸ ਨੇ ਜੇਲ੍ਹ 'ਚ, ਜਿਹੜੇ ਉਹਨਾਂ ਨੇ ਦੱਸਿਆ ਕਿ ਇਹ ਇੱਕ CC ਕੈਮਰਾ ਮਜੀਠੀਆ ਸਾਹਿਬ ਦੇ ਬੈਰਕ ਚਲਾਉਣ ਨੂੰ ਫਿਰਦੇ ਨੇ ਵਿਦਨ ਦੀ ਰੂਮ, ਜਿਹੜਾ ਲੀਗਲੀ ਨਹੀਂ ਲੱਗ ਸਕਦਾ। ਕਿਉਂ? ਫਸਟ, ਤੁਹਾਡੀ ਪ੍ਰਾਈਵੇਸੀ ਵਿੱਚ ਇੰਟਰੂਜਨ ਹੈ। ਸੈਕੰਡ, ਯੂ ਨੋ ਕਿ ਉਹੀ ਬੈਰਕ ਹੁੰਦੀ ਹੈ ਜਿੱਥੇ ਤੁਸੀਂ ਯੂ ਟੇਕ ਬਾਥ, ਯੂ ਗੋ ਟੂ ਆਨਸਰ ਦੀ ਕਾਲ ਆਫ ਨੇਚਰ, ਜਿੱਥੇ ਤੁਸੀਂ ਸਭ ਕੁਝ ਕਰਨਾ, ਉੱਥੇ ਜੇ ਕੈਮਰਾ ਲੱਗੂ, ਇੱਕ ਤੁਹਾਡੇ ਲਈ ਬਹੁਤ ਵੱਡੀ ਹਿਊਮੀਲੇਸ਼ਨ ਹੈ ਕਿ ਤੁਹਾਡੀ ਹਰ ਮੂਵਮੈਂਟ ਇਨਕਨਵੀਨੀਅੰਟ, ਅਨਕੰਫਰਟੇਬਲ ਵੀ ਰਿਕਾਰਡ ਹੋਊਗੀ। ਇਹ ਕਿਉਂ ਹੋ ਰਿਹਾ ਹੈ? ਕਿਉਂਕਿ ਕੁਛ ਨਾ ਕੁਛ ਸ਼ਾਇਦ ਬਿਕਰਮ ਸਿੰਘ ਦੇ ਉਲਟ ਲੱਭ ਜੇ ਤੇ ਅਸੀਂ ਇੱਕ ਨਵਾਂ ਪਰਚਾ ਕਰ ਦਈਏ। ਇਹ ਪਰਚੇ ਦੀ ਐਂਗਜ਼ਾਇਟੀ ਕਿਉਂ ਪੈ ਰਹੀ ਹੈ? ਕਿਉਂਕਿ ਪਹਿਲੇ ਵਿੱਚ ਉਹ ਉਹਨਾਂ ਨੂੰ ਕੁਛ ਹੱਥ ਪੱਲੇ ਪੈਂਦਾ ਨਹੀਂ ਲੱਗਦਾ। ਇਸ ਲਈ ਅਸੀਂ ਅੱਜ ਤੁਹਾਡੇ ਇੱਥੇ ਆਏ ਹਾਂ ਕਿ ਇਹ ਜਿਹੜੇ ਕੰਮ ਕਰ ਰਹੀ ਹੈ ਨਾ ਗੌਰਮੈਂਟ, ਇਹ ਵੈਂਡੇਟਾ ਕਿਉਂ ਕਰਾ ਰਹੀ ਹੈ, ਤੇ ਉਹਦੇ ਵਿੱਚ ਜਿਹੜੇ ਪਰਸਨਲ ਐਨਿਮਿਟੀ ਰੱਖਣ ਵਾਲੇ ਲੋਕ ਉਹਨਾਂ ਨੂੰ ਯੂਜ਼ ਕਿਉਂ ਕਰ ਰਹੀ ਹੈ। ਇਹ ਕਹਾਣੀ ਚੱਲੀ 2015 ਤੋਂ, ਜਦ ਅਸ਼ੀਸ਼ ਕਤਾਨ, ਕੇਜਰੀਵਾਲ, ਸੰਜੇ ਸਿੰਘ ਸਾਰਿਆਂ ਨੇ ਮਜੀਠੀਆ ਤੇ ਬੜੇ ਵੱਡੇ ਐਲੀਗੇਸ਼ਨ ਲਾਏ ਡਰੱਗ ਦੇ। ਉਹਨਾਂ ਦੇ 2016 ਵਿੱਚ ਡੈਫਮੇਸ਼ਨ ਦੇ ਕੇਸ ਕਰ ਦਿੱਤੇ ਗਏ। 2016 ਚ ਡੈਫਮੇਸ਼ਨ ਦੇ ਕੇਸਿਸ ਤੋਂ ਬਾਅਦ ਜਿਹੜਾ 2017 ਦਾ ਮੈਨੀਫੈਸਟੋ ਦਿੱਤਾ ਆਮ ਆਦਮੀ ਪਾਰਟੀ ਨੇ, ਉਹਦੇ 'ਚ ਬਜਾਏ ਡਰੱਗ ਕੇਸ ਕਰਨ ਦੇ ਲਿਖਣ ਦੇ ਉਹਨਾਂ ਨੇ ਲਿਖਤਾ ਹੈ ਕਿ ਅਸੀਂ ਬਿਕਰਮ ਨੂੰ ਕਰਪਸ਼ਨ ਦੇ ਕੇਸ ਅੰਦਰ ਦੇਵਾਂਗੇ। ਅਸੀਂ ਮੈਨੀਫੈਸਟੋ ਡਿਕਲੇਅਰ ਕਰ ਰਹੇ ਹਾਂ, ਇੰਟੈਂਟ ਆਫ ਦੀ ਗੌਰਮੈਂਟ ਜਿਹੜੀ 2017 'ਚ ਨਹੀਂ ਬਣੀ, 22 'ਚ ਬਣ ਗਈ ਕਿ ਅਸੀਂ ਜਦ ਪਾਵਰ 'ਚ ਆਏ ਅਸੀਂ ਬਿਕਰਮ ਨੂੰ ਅੰਦਰ ਕਰਨਾ ਹੈ। ਕਰੋ, ਨੋਬਡੀ ਇਜ਼ ਅਬਵ ਦੀ ਲਾਅ, ਪਰ ਜੋ ਕੁਛ ਹੋਵੇ ਉਹ ਵਿਦਨ ਦੀ 4 ਕਾਰਨਰਸ ਆਫ ਦੀ ਲਾਅ ਜ਼ਰੂਰ ਹੋਵੇ।
ਆਰਬਿਟਰੇਰੀ ਨਾ ਹੋਵੇ, ਹਾਈਲੀ ਇਲੀਗਲ ਨਾ ਹੋਵੇ, ਨੈਚੁਰਲ ਜਸਟਿਸ ਦੇ ਖਿਲਾਫ ਨਾ ਹੋਵੇ। ਹੁਣ ਉਸ ਸਿਸਟਮ ਨੂੰ ਇਹ ਆਪਣਾ ਐਵੀਡੈਂਸ ਫੈਬਰੀਕੇਟ ਕਰਨਾ ਚਾਹੁੰਦੇ ਆ। ਉਹ ਹੁਣ ਕੀ ਹੋਇਆ ਕਿ ਉਹ ਤੁਸੀਂ ਦੇਖਿਆ ਕਿ ਖੈਤਾਨ ਨੇ ਵੀ ਤੇ ਅੱਜ ਕੇਜਰੀਵਾਲ ਸਾਹਿਬ ਨੇ ਮਾਫੀ ਮੰਗ ਲਈ। ਹੁਣ ਇਸ ਗੱਲ ਦਾ ਵੈਂਡੇਟਾ ਲੈਣ ਲਈ ਆਮ ਆਦਮੀ ਪਾਰਟੀ ਗਵਰਨਮੈਂਟ ਇਜ਼ ਆਊਟ ਐਂਡ ਆਊਟ ਟੂ ਨੇਲ ਬਿਕਰਮ ਸਿੰਘ ਮਜੀਠੀਆ ਵਨ ਵੇ ਔਰ ਦੀ ਅਦਰ। ਐਂਡ ਉਹਦੇ 'ਚ ਟੂਲ ਉਹਨਾਂ ਨੂੰ ਮਿਲ ਗਿਆ ਸਰਦਾਰ ਹਰਪ੍ਰੀਤ ਸਿੰਘ ਸਿੱਧੂ ਜੀ ਦੀ ਪਰਸਨਲ ਵੈਂਡੇਟਾ ਐਨੋਮਸਟੀ ਹੈ ਸਰਦਾਰ ਬਿਕਰਮ ਸਿੰਘ ਮਜੀਠੀਆ ਨਾਲ। ਅਸੀਂ ਕਹਿੰਦੇ ਆ ਹੋਰ ਲਾਓ, ਬਥੇਰੇ ਡੀਜੀਪੀ ਨੇ, ਕਿਸੇ ਦਾ ਇਤਰਾਜ਼ ਤਾਂ ਨਹੀਂ ਪਹਿਲੇ ਦਾ ਕੀਤਾ ਸੀ, ਅਸੀਂ ਕਿਸੇ ਸੁਪਰਡੈਂਟ ਦਾ ਵੀ ਨਹੀਂ ਕੀਤਾ, ਪਰ ਗੌਰਮੈਂਟ ਨੂੰ ਕਲੀਨ ਤਾਂ ਹੋਣਾ ਪਊ ਨਾ ਜੀ। ਕਿ ਪਟਿਆਲਾ ਦੇ 3 ਮਹੀਨਿਆਂ 'ਚ 3 ਸੁਪਰਡੈਂਟ ਜੇਲ੍ਹ ਕਿਉਂ ਬਦਲੇ ਗਏ? ਗੌਰਮੈਂਟ ਸ਼ੁੱਡ ਟੈਲ ਦੀ ਪੀਪਲ ਵੁੱਡ ਲਾਈਕ ਟੂ ਨੋ ਕੀ ਵਜ੍ਹਾ ਕਿ 3 ਮਹੀਨਿਆਂ 'ਚ 3 ਸੁਪਰਡੈਂਟ ਜੇਲ੍ਹ ਬਦਲੇ ਗਏ, 3 ਮਹੀਨਿਆਂ 'ਚ 3 ADGP ਪ੍ਰਿਜ਼ਨ ਬਦਲੇ ਗਏ। ਕੀ ਜਿਹੜੇ ਬਦਲੇ ਗਏ ਉਹ ਗਵਰਨਮੈਂਟ ਲਾਈਨ ਟੋ ਨਹੀਂ ਸੀ ਕਰਦੇ? ਕਿ ਉਹ ਇਨਕੰਪੀਟੈਂਟ ਸੀ? ਵਜ੍ਹਾ ਤਾਂ ਦੱਸੀ ਜਾਏ ਨਾ ਗਵਰਨਮੈਂਟ ਨੂੰ। ਆਫਟਰ ਦਿਸ ਫ੍ਰੀਕੁਐਂਟ ਟ੍ਰਾਂਸਫਰ ਦੀ ਗਵਰਨਮੈਂਟ ਦਾ ਰੂਲ ਇਹ ਹੈ ਕਿ ਨਾਰਮਲ ਕੋਰਸ 'ਚ ਅਨਲੈਸ ਸਟਰੋਂਗ ਐਵੀਡੈਂਸ ਅਗੇਂਸਟ ਸਮ ਆਫਿਸਰ ਦੇ ਆਰ ਨਾਟ ਸ਼ਿਫਟਡ ਬਿਫੋਰ ਦੀ ਮਿਨੀਮਮ ਪੀਰੀਅਡ ਆਫ 3 years। ਸੋ ਅੱਜ ਜਿਹੜਾ ਅਸੀਂ ਤੁਹਾਨੂੰ ਇੱਥੇ ਤਕਲੀਫ ਦਿੱਤੀ ਹੈ, ਉਹ ਤਾਂ ਤਕਲੀਫ ਦਾ ਦੇਣ ਦਾ ਮੇਨ ਕਾਰਨ ਇਹ ਹੈ ਕਿ ਇਹ ਇੰਡੀਵਿਜੂਅਲੀ ਕੇਸ ਰੇਤੇ ਦਾ ਪਹਾੜ ਬਣਾ ਕੇ ਸ਼ੁਰੂ ਕਰਨ ਦੀ ਗੱਲ ਕੋਸ਼ਿਸ਼ ਕੀਤੀ। ਉਹ ਮੈਂ ਤੁਹਾਨੂੰ ਇਹ 'ਚ ਦੁਬਾਰਾ ਨਹੀਂ ਜਾਂਦਾ ਕਿ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਕਿੰਨੇ ਚੀਫ ਬਦਲੇ। ਅਲਟੀਮੇਟਲੀ ਵੈਨ ਦੀ ਪ੍ਰੀਵੀਅਸ ਗਵਰਨਮੈਂਟ, ਹੁਣ ਇੱਕ ਸਵਾਲ ਉੱਠੂ ਕਿ ਜੀ ਉਹ ਸ਼ੁਰੂ ਤਾਂ ਕਾਂਗਰਸ ਨੇ ਕੀਤਾ ਸੀ, ਅਸੀਂ ਤਾਂ ਉਦੋਂ ਵੀ ਕਹਿੰਦੇ ਸੀ ਕਿ ਦੇ ਆਰ ਦੀ 2 sides of one coin as far as ਸਰ ਬਿਕਰਮ ਸਿੰਘ ਮਜੀਠੀਆ ਇਜ਼ ਕੰਸਰਨ। ਇਹਨਾਂ ਦਾ ਕਿਉਂ ਅੱਗੇ ਉਹਨੂੰ ਚਲਾਉਣ ਦਾ ਗੱਲ ਹੈ? ਪਰਸਨਲ ਵੈਂਜੈਂਸ, ਈਗੋ। ਦੇ ਫੀਲ ਕਿ ਵੀ ਆਰ ਬਿਗਰ ਦੈਨ ਦੀ ਸਾਈਜ਼। ਵੀ ਸਾਨੂੰ ਮਾਫੀ ਮੰਗਣੀ ਪਈ ਜਾਂ ਮਜੀਠੀਆ ਤੋਂ ਮੰਗਣੀ ਪਈ? ਇਹਨੂੰ ਸਬਕ ਸਿਖਾਉਣਾ। ਹੁਣ ਸਬਕ ਸਿਖਾਓ ਜੇ ਕਾਨੂੰਨ ਤੁਹਾਨੂੰ ਪਰਮਿਟ ਕਰਦਾ। ਅੱਜ ਤੁਸੀਂ 3rd ਡਿਗਰੀ ਸਿਸਟਮ ਬਦਲ ਕੇ 3rd ਡਿਗਰੀ, ਅਸੀਂ ਵੀ ਹੈਵ ਵੈਰੀ ਸਪੈਸੀਫਿਕ ਇਨਫੋਰਮੇਸ਼ਨ they may or may not succeed, but they are out to fabricate some case against ਬਿਕਰਮ ਸਿੰਘ ਮਜੀਠੀਆ ਤਾਂ ਕਿ ਜੇ ਕੋਈ ਆਰਡਰ ਇਸ ਹੁੰਦਾ ਤੇ ਦੂਸਰਾ ਉਹਦਾ ਤਿਆਰ ਰੱਖਿਆ ਜਾਵੇ। ਐਂਡ ਉਹ ਅਸਾਈਨਮੈਂਟ ਉਸ ਬੰਦੇ ਨੂੰ ਕਰਤੀ ਜਿਹੜਾ STF ਦਾ ਵੀ ਚੀਫ ਹੈ। ਹੁਣ ਇੱਕ ਗੱਲ ਹੈ ਕਿ ਤੁਸੀਂ ਦੇਖੋ ਕਿੰਨੀ ਹੈਰਾਨੀ ਦੀ ਗੱਲ ਹੈ ਕਿ STF ਦੇ ਚੀਫ ਲਾਇਕ ਕੈਪਟਨ ਸਾਹਿਬ ਨੇ ਖੁੱਲੀ ਛੁੱਟੀ ਦਿੱਤੀ। ਥੋੜੇ ਦਿਨ ਇਹਨਾਂ ਨੂੰ 10 ਜ਼ਿਲ੍ਹਿਆਂ ਦਾ DGP ਵੀ ਲਾਇਆ ਤੇ ਜਦ ਫਿਰ ਸੁਰੇਸ਼ ਅਰੋੜਾ ਨੇ ਆਬਜੈਕਟ ਕੀਤਾ, ਆਰਡਰ ਵਿਡਰਾ ਕੀਤਾ ਸੀ 10 ਜ਼ਿਲ੍ਹੇ 'ਚ ਉਹਨਾਂ ਨੇ ਕਹਿਤਾ ਸੀ ਕਿ ਹੀ ਵਿਲ ਨਾਟ ਰਿਪੋਰਟ ਟੂ ਦੀ DGP, ਹੀ ਵਿਲ ਰਿਪੋਰਟ ਡਾਇਰੈਕਟਲੀ ਟੂ ਦੀ ਚੀਫ ਮਿਨਿਸਟਰ। ਡਰੱਗ ਘਟੀ ਕਿ ਡਰੱਗ ਵਧੀ? ਆਹ ਸਾਰੀਆਂ ਚੀਜ਼ਾਂ ਦੇ ਦੇਖਣ ਤੋਂ ਬਾਅਦ ਹੁਣ ਅੱਜ ਜਿਹੜੀ ਸਿਚੁਏਸ਼ਨ ਆ ਉਹ ਅੱਜ ਇਹ ਹੈ ਕਿ 2017 ਵਿੱਚ, ਹੁਣ ਤੁਹਾਨੂੰ ਦੱਸਦੇ ਹਾਂ ਕਿ ਇਹ ਕਿਵੇਂ ਆਮ ਆਦਮੀ ਪਾਰਟੀ ਦਾ ਤੇ ਨੈਕਸਸ ਕਿਵੇਂ ਹੈ। 2017 ਵਿੱਚ ਸਰਦਾਰ ਨਵਕਿਰਨ ਸਿੰਘ ਐਡਵੋਕੇਟ ਨੇ, ਉਹਨਾਂ ਨੇ ਇੱਕ NGO ਵੱਲੋਂ ਹਾਈ ਕੋਰਟ 'ਚ ਇੱਕ ਪਟੀਸ਼ਨ ਪਾਈ ਕਿ ਜਿਹੜੀ ਰਿਪੋਰਟ ਹੈ ਸੀਲਡ ਰਿਪੋਰਟ ਉਹ ਪਬਲਿਕ ਕੀਤੀ ਜਾਵੇ। ਐਂਡ ਹੂ ਇਜ਼ ਦੈਟ ਨਵਕਿਰਨ ਸਿੰਘ? ਲੀਗਲ ਸੈੱਲ ਆਪ ਦੇ ਕਰਤਾ ਸਭ ਕੁਛ। ਕਿੰਨੇ ਨੰਬਰ ਕੋਠੀ ਇਹਨਾਂ ਨੇ? 11 ਸੈਕਟਰ 'ਚ ਉਹ 215 ਜਾਂ 16 ਉਹੀ ਆਮ ਆਦਮੀ ਪਾਰਟੀ ਦਾ ਲੀਗਲ ਸੈੱਲ ਦਾ ਦਫ਼ਤਰ ਆ, ਉਹੀ ਸਰਦਾਰ ਨਵਕਿਰਨ ਸਿੰਘ ਦੀ ਕੋਠੀ ਹੈ, ਉਹੀ NGO ਦਾ ਦਫ਼ਤਰ ਹੈ ਜਿਹਦੇ ਵੱਲੋਂ ਪਾਈ ਗਈ। ਫਿਰ ਇੰਟਰਸਟਿੰਗ ਗੱਲ ਕੀ ਹੈ ਕਿ ਐਪਲੀਕੇਸ਼ਨ 'ਚ ਲਿਖਿਆ ਕੀ ਜਾਂਦਾ ਕਿ ਇਹ ਖੋਲ ਕੇ ਰਿਪੋਰਟ ਇਨਵੈਸਟੀਗੇਸ਼ਨ ਸਰਦਾਰ ਹਰਪ੍ਰੀਤ ਸਿੰਘ ਸਿੱਧੂ ਨੂੰ ਦਿੱਤੀ ਜਾਵੇ। 2017 'ਚ ਜਦ ਹਲੇ ਸਰਕਾਰ ਵੀ ਨਹੀਂ ਬਣੀ। ਸੋ ਜਿਆਦੇ ਸਾਰੇ ਨੈਕਸਸ ਨੂੰ 1 into 1 ਜੋੜੀਏ, ਰਿਜ਼ਲਟ ਇਜ਼ ਵੈਰੀ ਕਲੀਅਰ। ਸ਼ਾਰਟ ਸਰਕਟਿੰਗ ਜੇ ਆਉਂਦਾ ਹੈ ਕਿ ਸਿਸਟਮ ਵਿੱਚ ਕੁਝ ਪ੍ਰਾਪਤ ਹੋ ਨਹੀਂ ਸਕਿਆ,
ਹੁਣ ਕੋਈ ਨਾ ਕੋਈ ਕਹਾਣੀ ਘੜ ਕੇ ਜੇਲ੍ਹ ਵਿੱਚ ਬੈਠੇ ਬੰਦਿਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਤਰ੍ਹਾਂ ਲਿਆ ਕੇ ਹਰ ਤਰ੍ਹਾਂ ਦਾ ਕੰਮ ਕਰ ਸਕਦੇ ਆ। ਉੱਥੇ ਫਿਜ਼ੀਕਲੀ ਵੀ ਹਾਰਮ ਕਰਾ ਸਕਦੇ ਆ, ਕਿਉਂਕਿ ਇਹਨਾਂ ਦੇ ਕੋਲ ਉੱਥੇ ਕੰਟਰੋਲ, ਐਵੀਡੈਂਸ ਵੀ ਫੈਬਰੀਕੇਟ ਕਰ ਸਕਦੇ। ਐਂਡ ਸਭ ਤੋਂ ਜਿਹੜਾ ਸਾਨੂੰ ਉੱਥੋਂ ਰਿਸੋਰਸਿਸ ਤੋਂ ਸਾਡੇ ਪਤਾ ਲੱਗਿਆ ਕਿ ਉੱਥੇ ਇੰਸਟਰਕਸ਼ਨਸ ਹੋਈਆਂ ਨੇ ਕਿ ਬੈਰਕ ਵਿਕਰਮ ਵਾਲੇ 'ਚ ਕੈਮਰਾ ਲਾਓ। ਉਹਨਾਂ ਸਾਰੀਆਂ ਗੱਲਾਂ ਨੂੰ ਅਸੀਂ ਆਬਜੈਕਟ ਕਰਦੇ ਹਾਂ। ਕੋਈ ਵੀ ਸਿਵਲਾਈਜ਼ ਸੁਸਾਇਟੀ ਵਿੱਚ ਥਰਡ ਡਿਗਰੀ ਐਵੀਡੈਂਸ ਨੂੰ, ਥਰਡ ਡਿਗਰੀ ਤਰੀਕਿਆਂ ਨੂੰ, ਥਰਡ ਡਿਗਰੀ ਮੈਥਡ ਨੂੰ ਅਪਰੂਵ ਨਹੀਂ ਕਰੂਗਾ। ਇਹਦੇ ਲਈ ਅਸੀਂ ਗਵਰਨਮੈਂਟ ਨੂੰ ਸੁਚੇਤ ਕਰਦੇ ਹਾਂ, ਆਪਦੀ ਗਵਰਨਮੈਂਟ ਨੂੰ, ਕਿ ਤੁਸੀਂ 3 ਮਹੀਨਿਆਂ ਵਿੱਚ ਇੰਨਾ ਵੱਡਾ ਮੈਂਡੇਟ ਲੈ ਕੇ ਜਿਵੇਂ ਐਮਬੈਰਸਮੈਂਟ 'ਚ ਆਏ ਹੋ, ਸਿਰਫ ਇੱਕ ਕਰਤੂਤਾਂ ਕਰਕੇ ਆਏ ਹੋ। ਬੀ ਵੇਅਰ, ਪੀਪਲ ਆਰ ਵਾਈਜ਼, ਦੇ ਅੰਡਰਸਟੈਂਡ and they will not fall into the trap what you are doing today. So आगे ਜੇਲ ਮੈਨੂਅਲ ਦੀ ਹੁਣ ਤੁਸੀਂ ਗੱਲ ਪਿੱਛੇ ਤੁਹਾਡਾ ਡਾਇਰੈਕਟ ਸਵਾਲ ਦਾ ਤੁਹਾਨੂੰ ਜਵਾਬ ਮਿਲ ਜੂ। ਜੇਲ ਮੈਨੂਅਲ ਇਹ ਕਹਿੰਦਾ ਕਿ ਭਾਵੇਂ ADGP ਜੇਲ੍ਹ ਹੋਵੇ, ਭਾਵੇਂ ਮਿਨਿਸਟਰ ਜੇਲ੍ਹ ਹੋਵੇ, ਜੇਲ੍ਹ ਦੇ ਅੰਦਰ ਸਣੇ ਆਰਮਸ ਦੇ ਕੋਈ ਨਹੀਂ ਜਾ ਸਕਦਾ। ਪਰ ਜਿਸ ਦਿਨ ਮੰਤਰੀ ਜੀ ਗਏ, ਉਹਨਾਂ ਦੇ ਆਰਮਡ ਗਾਰਡ ਨਾਲ ਗਏ, ਕੋਈ ਐਕਸ਼ਨ ਤਾਂ ਨਹੀਂ ਹੋਇਆ ਨਾ। ਜੇਲ ਮੈਨੂਅਲ ਦੀ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ। ਜੋ ਕੁਝ ਕੀਤਾ ਜਾ ਰਿਹਾ ਜੇਲ ਮੈਨੂਅਲ ਨਹੀਂ, ਇਹ ਲਾਅ ਹੈ। ਲਾਅ ਹੈ ਸੁਪਰੀਮ ਕੋਰਟ ਦਾ ਕਿ ਜੇ ਮੈਂ ਆਪਣਾ ਕੈਮਰਾ ਬਾਹਰ ਲਾਉਣਾ ਜਿਹੜਾ ਸੜਕ ਨੂੰ ਵੀ ਕਵਰ ਕਰਦਾ ਤੇ ਮੈਨੂੰ ਲਿਖਣਾ ਪੈਣਾ ਕਿ ਤੁਹਾਨੂੰ ਦੱਸਿਆ ਜਾਂਦਾ ਤੁਸੀਂ CC ਫੁਟੇਜ ਦੇ ਅੰਡਰ ਕਵਰ ਹੁੰਦੇ ਹੋ, ਤਾਂ ਕਿ ਉਹ ਲੋਕਾਂ ਨੂੰ ਸੁਚੇਤ ਹੋਣ ਇਸ ਗੱਲ ਤੋਂ। ਤੇ ਕਮਰੇ ਤਾਂ ਬਿਲਕੁਲ ਹੀ ਨਹੀਂ ਲਾ ਸਕਦਾ। ਰਾਈਟ ਟੂ ਪ੍ਰਾਈਵੇਸੀ ਇਨਫਰਿੰਜ ਨਹੀਂ ਕੀਤਾ ਜਾ ਸਕਦਾ। ਬੜੀ ਰਿਸਪੌਂਸੀਬਲ ਸੋਰਸ ਤੋਂ ਸਾਨੂੰ ਜੇਲ੍ਹ ਚੋਂ ਪਤਾ ਲੱਗਿਆ ਕਿ ਇੰਸਟਰਕਸ਼ਨ ਹੋ ਗਈਆਂ ਕੈਮਰਾ ਅੰਦਰ ਲਾਉਣ ਲਈ, ਜਿਹੜਾ ਲੀਗਲੀ ਨਹੀਂ ਲੱਗ ਸਕਦਾ। ਹੋਰ ਜੀ ਐਨੀ ਐਲਸ? ਥੈਂਕ ਯੂ ਜੀ। ਥੈਂਕ ਯੂ। ਦੇਖੋ, nobody on this earth should support corruption and nobody will support corruption, ਪਰ ਇੱਕ ਇਹਨਾਂ ਨੂੰ ਲੋਕਾਂ ਨੂੰ ਦੱਸਣਾ ਜ਼ਰੂਰ ਪਊਗਾ ਕਿ ਇਹ ਜਦ ਆਪ ਵੀ ਆਪੋਜੀਸ਼ਨ ਸੀਗੇ ਤੇ ਉਹ ਸਰਕਾਰ ਸੀਗੇ, ਉਦੋਂ ਦੀ ਇਹ ਡਿਮਾਂਡ ਚੱਲਦੀ ਪਈ ਹੈ ਕਿ ਜਿਹੜੇ SC ਵਜ਼ੀਫੇ ਆ ਜਿਹੜੇ ਖਾਧੇ ਗਏ ਆ, ਤੇ ਕਾਂਗਰਸ ਸਰਕਾਰ ਦੀ ਗਵਰਨਮੈਂਟ ਦੀ ਕਮੇਟੀ ਨੇ ਵੀ 9 ਕਰੋੜ ਦੀ ਐਮਬੈਜ਼ਲਮੈਂਟ ਦੱਸੀ, 68 ਕਰੋੜ ਦੀ ਥਾਂ, ਕਿ ਉਹਦੇ 'ਚ ਕਿਉਂ ਨਹੀਂ ਹੱਥ ਪਾਇਆ? 3 ਮਹੀਨੇ ਉਹਦੇ 'ਚ ਹੱਥ ਕਿਉਂ ਨਹੀਂ ਪਾਇਆ ਤੇ ਨਵੇਂ 'ਚ ਸਿੱਧਾ ਕਿਉਂ ਪਾਇਆ? ਕਿ ਇਹ ਤਾਂ ਨਹੀਂ ਕੀਤਾ ਗਿਆ ਕਿ ਫਰੈਂਡਲੀ ਮੈਚ ਖੇਲਣ ਲਈ ਕਿ ਉਹਦੇ 'ਚ ਐਵੀਡੈਂਸ ਅਨਰਿਬਟੇਬਲ ਹੋਵੇ, ਨਾ ਛੇੜੋ, ਕੋਈ ਸਜ਼ਾ ਨਾ ਹੋ ਜੇ ਤੇ ਬੋਗਸ 'ਚ ਸ਼ੱਕ ਹੱਕਾ ਜਿਹਾ ਕਰਕੇ ਤੇ ਮੁੜ ਕੇ ਕਰ ਦੋ। ਇਹ ਗਵਰਨਮੈਂਟ ਨੂੰ ਐਕਸਪਲੇਨ ਕਰਨਾ ਪਊ। ਬਟ ਐਨੀ ਸਟੈਪ, ਐਵਰੀ ਸਟੈਪ ਅਗੇਂਸਟ ਕਰਪਸ਼ਨ, ਬਟ ਐਟ ਸੇਮ ਟਾਈਮ ਇੱਕ ਅਪਰੋਚ ਚਾਹੀਦੀ ਹੈ ਪਾਰਟੀ ਦੀ। ਪੰਜਾਬ ਦਾ ਹੈਲਥ ਮਿਨਿਸਟਰ ਅੰਦਰ ਤੇ ਡਿਸਮਿਸ, ਦਿੱਲੀ ਦਾ ਮਿਨਿਸਟਰ ਅੰਦਰ ਪਰ ਮਿਨਿਸਟਰ। ਜੇ ਤਾਂ ਹੁਣ ਜੱਜ ਵੀ ਕੇਜਰੀਵਾਲ ਸਾਹਿਬ ਨੇ ਬਣਨਾ, ਕੰਪਲੇਨੈਂਟ ਵੀ ਕੇਜਰੀਵਾਲ ਸਾਹਿਬ ਨੇ ਬਣਨਾ, ਫਿਰ ਅਦਾਲਤਾਂ ਨੂੰ ਆਪਾਂ ਕਹਿ ਦਿੰਦੇ ਕਿ ਨਾ ਪੰਜਾਬ ਤੇ ਦਿੱਲੀ 'ਚੋਂ ਦਖਲ ਨਾ ਦੇਣ। ਜੋ ਕੇਜਰੀਵਾਲ ਸਾਹਿਬ ਨੇ ਕਹਿਤਾ ਉਹ ਓਨੈਸਟ ਹੈ, ਉਹ ਓਨੈਸਟ ਹੈ। ਕੇਜਰੀਵਾਲ ਸਾਹਿਬ ਤੇ CM ਨੇ ਇੱਥੇ ਨੇ ਕਹਿਤਾ ਡਿਸਓਨੈਸਟ ਹੈ, ਉਹ ਡਿਸਓਨੈਸਟ ਹੈ। ਦੇਖੋ, ਸਵਾਲ ਉੱਠਣੇ ਆ ਸਮੇਂ ਨਾਲ, ਕਈ ਉੱਠਦੇ ਨੇ ਅੱਜ ਵੀ। ਵਿਜੀਲੈਂਸ ਡਿਪਾਰਟਮੈਂਟ 'ਚ ਵੀ ਤੁਹਾਡੇ ਜਿਨ੍ਹਾਂ ਦੇ ਸੋਰਸਿਸ ਹੋਣਗੇ ਉਹਨਾਂ ਨੂੰ ਪੁੱਛੋ ਸਹੀ ਕਿ ਪੰਜਾਬ ਦੇ ਮਿਨਿਸਟਰ ਨੂੰ ਵਿਜੀਲੈਂਸ ਕੇਸ ਰਜਿਸਟਰ ਕਰਾ ਕੇ ਵਿਜੀਲੈਂਸ ਤੋਂ ਕਿਉਂ ਨਹੀਂ ਅਰੈਸਟ ਕਰਾਇਆ ਗਿਆ, ਮੋਹਾਲੀ ਪੁਲਿਸ ਤੋਂ ਕਿਉਂ ਕਰਾਇਆ? ਉਹਦਾ ਜਵਾਬ ਲੈ ਕੇ ਫਿਰ ਅਗਲਾ ਸਵਾਲ ਸਾਨੂੰ ਕਰਨਾ। ਇਹ ਤਾਂ ਜੀ ਲੱਭਣਾ ਤੁਸੀਂ ਇੱਕ ਮੇਰੀ ਗੱਲ ਸੁਣ ਲਓ। ਥੋੜਾ ਆ ਇਹ, ਥੋੜਾ ਹੈ, ਉਹ ਥੋੜਾ ਇੱਕ ਇਹਦਾ ਗੱਲ ਦਾ ਜਵਾਬ ਸੁਣ ਲਓ ਤੁਸੀਂ। ਆਮ ਆਦਮੀ ਪਾਰਟੀ ਦਾ ਕੋਈ ਵੀ ਵਲੰਟੀਅਰ, ਕੋਈ ਵੀ ਲੀਡਰ ਇਸ ਗੱਲ ਨੂੰ ਨਹੀਂ ਐਕਸਪਲੇਨ ਕਰ ਸਕੂਗਾ ਕਿ ਜਿਹੜੀ ਇਹਨਾਂ ਨੇ ਆਪਣੀ ਡੋਨੇਸ਼ਨ ਦੀ ਸਾਈਟ ਬਣਾਈ ਸੀ 2018 ਵਿੱਚ, ਜਦ ਇਹਨਾਂ ਦੀ ਇਨਕਮ ਟੈਕਸ ਰਿਟਰਨ ਤੇ ਸਾਈਟ ਦੀ ਇਨਫੋਰਮੇਸ਼ਨ ਆਪਸ 'ਚ ਕੋਇਨਸਾਈਡ ਨਹੀਂ ਸੀ ਕੀਤੀ, ਤੇ ਦੇਰ ਵਾਜ਼ ਡਿਫਰੈਂਸ ਆਫ
ਅਬਾਊਟ 100 ਕਰੋੜ ਰੁਪਈਸ ਇਨ ਦੈਟ। ਉਸ ਦਿਨ ਉਹ ਸਾਈਟ ਡਿਲੀਟ ਕਰਕੇ ਉਸ ਤੋਂ ਬਾਅਦ ਸਾਈਟ ਦੁਬਾਰਾ ਕਿਉਂ ਨਹੀਂ ਖੋਲੀ ਗਈ? ਉਹ ਆਰਡਰ ਰਿਜ਼ਰਵ ਹੈ ਜੀ, ਆਰਡਰ ਰਿਜ਼ਰਵ ਹੈ ਜੀ। ਉਹ ਜਿੰਨੀ ਮਰਜ਼ੀ ਦੇ ਦਿਓ, ਕੋਰਟ ਦੀ ਮਰਜ਼ੀ, ਕੋਰਟ ਦੀ ਮਰਜ਼ੀ, ਉਹ ਕੋਰਟ ਦੀ ਮਰਜ਼ੀ, ਜਦੋਂ ਮਰਜ਼ੀ ਤੱਕ ਰਿਜ਼ਰਵ ਦਾ। ਹਾਂ ਉਹ ਨਹੀਂ ਜੀ, ਕਹਿ ਨਹੀਂ ਸਕਦੇ। ਕੌਣ ਆਖੇ ਸਾਹਿਬ ਨੂੰ ਤੂੰ ਇੰਜ ਨਹੀਂ ਇੰਜ ਕਰ, ਕੌਣ ਆਖੇ ਸਾਹਿਬ ਨੂੰ ਤੂੰ ਇੰਜ ਨਹੀਂ ਇੰਜ ਕਰ, ਇਹਦਾ ਸਾਹਿਬ ਨੇ ਉਹਨਾਂ ਨੂੰ ਕੋਈ ਕਹਿ ਨਹੀਂ ਸਕਦਾ। ਛੇ ਦਿਨ ਦਾ 24 ਤੋਂ 30 ਤੱਕ, ਅਗਲੀ ਵਾਰ 4 ਦਿਨ ਦਾ ਹੋਊਗਾ, ਕਿਉਂਕਿ ਉਹਨਾਂ ਕੋਲ ਬੰਦੇ ਇੰਨੇ ਨੇ ਸਾਂਭੇ ਨਹੀਂ ਜਾਂਦੇ। ਮੈਂ ਤੁਹਾਨੂੰ ਦੱਸਦਾ, ਉਹਨਾਂ ਕੋਲ ਬੰਦੇ ਇੰਨੇ ਸਾਂਭੇ ਨਹੀਂ ਜਾਂਦੇ। ਉਹ ਕਹਿੰਦੇ ਕਿ ਤੁਸੀਂ ਅੰਦਾਜ਼ਾ ਲਾ ਲਓ, ਬਹੁਤੀ ਗੱਲ ਕੱਲਿਆਂ ਦੂਰ ਤੱਕ ਜਾਂਦੀ ਹੈ। ਇੰਨੀ ਕੰਫਰਟੇਬਲ ਮੈਜੋਰਟੀ, ਓਵਰਵੈਲਮਿੰਗ ਮੈਜੋਰਟੀ ਤੋਂ ਬਾਅਦ 17 ਵਜ਼ੀਰ ਨਹੀਂ ਬਣਦੇ ਪਏ, ਬਾਕੀ ਦਾ ਹੋਰ ਕੀ ਬਣੋ। ਬਾਕੀ ਸਭ ਅੰਦਾਜ਼ਾ ਲਾ ਲਓ ਕਿ ਨਹੀਂ, ਪਹਿਲੀ ਚੀਜ਼ ਹੈ ਕਿ 17 ਵਜ਼ੀਰ ਸਹੁੰ ਚੁੱਕਦੇ ਆ, ਇੱਕ ਡਿਸਮਿਸ ਹੋ ਗਿਆ, 9 ਰਹਿ ਗਏ 10 ਦੇ। 9 ਵੈਕੈਂਸੀਆਂ ਨੇ, ਇੱਕ ਚੀਫ ਮਿਨਿਸਟਰ ਦੇ ਸਣੇ 18 ਹੁੰਦੇ ਆ, 9 ਵੈਕੈਂਸੀਆਂ ਨੇ। 92 ਬੰਦਿਆਂ ਵਿੱਚੋਂ ਨਹੀਂ ਲੱਭਦੇ ਪਏ। ਇਹ ਹੁਣ ਤੁਸੀਂ ਜਾਣੋ, ਜਾਂ ਤਾਂ ਐਵਰੀਬੋਡੀ ਇਜ਼ ਮੋਰ ਦੈਨ ਕੈਪੇਬਲ, ਉਹ ਛੱਡਣ ਕਿਹਨੂੰ ਤੇ ਲੱਗਣ ਕਿਹਨੂੰ, ਉਹ ਕਹਿੰਦੇ ਸਾਰ ਲਓ ਤੇ ਜਾਂ ਬਸ। ਇਹ ਹੁਣ ਮੈਂ ਕਹਿੰਦਾ ਚੰਗਾ ਨਹੀਂ ਲੱਗਦਾ, ਕਿਉਂਕਿ ਪੀਪਲਸ ਵਰਡਿਕਟ ਆ, ਮੈਂ ਉਹਦੇ ਤੇ ਕੋਈ ਕਮੈਂਟ ਨਹੀਂ ਕਰਨਾ।